ਮਸੀਹੀ ਤਾਲੀਮ ਦੀ ਕਲਾਸ ਦੇ ਸਾਰੇ ਹੀ ਬੱਚਿਆਂ ਨੂੰ ਜੈ ਯਿਸੂ ਮਸੀਹ ਦੀ ਉਮੀਦ ਹੈ ਕਿ ਤੁਸੀਂ ਸਾਰੇ ਖੁਦਾ ਦੀ ਕਿਰਪਾ ਦੇ ਨਾਲ ਆਪਣੇ ਘਰਾਂ ਦੇ ਵਿੱਚ ਸੁਰੱਖਿਅਤ ਹੋ। ਕਲਾਸ 12ਵੀਂ ਕਿਤਾਬ ਦਾ ਨਾਮ ਹੈ ਕੈਥੋਲਿਕ ਈਮਾਨ ਦੀ ਬੁਨਿਆਦ ਪ੍ਰਾਰਥਨਾਮਈ ਜੀਵਨ ਯਿਸੂ ਦੇ ਨਾਲ ਚੱਲਣਾ। ਅੱਜ ਦੀ ਮਸੀਹੀ ਆਨਲਾਈਨ ਕਲਾਸ ਵਿੱਚ ਅਸੀਂ ਅਧਿਆਇ 5ਵਾਂ ਕੈਥੋਲਿਕ ਕਲੀਸਿਆ ਵਿੱਚ ਮਾਂ ਮਰੀਅਮ ਦਾ ਆਦਰ ਇਸ ਦੇ ਬਾਰੇ ਪੜ੍ਹਾਂਗੇ। ਪੂਜਾ ਅਤੇ ਸ਼ਰਧਾ ਕੀ ਹਨ? ਸਧਾਰਨ ਤੌਰ 'ਤੇ ਪੂਜਾ ਜਾਂ ਬੰਦਗੀ ਇੱਕ ਕਿਰਿਆ ਹੈ ਜਿਸ ਦੇ ਰਾਹੀਂ ਅਸੀਂ ਕਿਸੇ ਹਸਤੀ ਨੂੰ ਉਸਦੀ ਧਾਰਮਿਕ ਜਾਂ ਰਾਜਨੀਤਿਕ ਮਹਾਨਤਾ ਦੇ ਆਧਾਰ 'ਤੇ ਉਸਦਾ ਇੱਜ਼ਤ ਮਾਣ ਕਰਦੇ ਹਾਂ। ਇੱਥੇ ਸਾਡਾ ਵਿਸ਼ਾ ਸਿਰਫ ਧਾਰਮਿਕ ਪੂਜਾ ਹੈ। ਧਾਰਮਿਕ ਪੂਜਾ ਵਿੱਚ ਦੋ ਤਰ੍ਹਾਂ ਦੀ ਮਹਾਨਤਾ ਹੁੰਦੀ ਹੈ ਜਿਸ ਦੇ ਆਧਾਰ 'ਤੇ ਅਸੀਂ ਕਿਸੇ ਇਨਸਾਨ ਦਾ ਇੱਜ਼ਤ ਮਾਣ ਕਰਦੇ ਹਾਂ। ਨੰਬਰ 1 ਸਿਜਦਾ ਬੰਦਗੀ। ਲਾਤੀਰੀਆ ਇਹ ਲਾਤੀਨੀ ਭਾਸ਼ਾ ਦਾ ਸ਼ਬਦ ਹੈ। ਇਸ ਦਾ ਮਤਲਬ ਇਹ ਹੈ ਕਿ ਸਭ ਤੋਂ ਵੱਡੀ ਮਹਾਨਤਾ ਜੋ ਸਿਰਫ ਖੁਦਾ ਦੀ ਹੋ ਸਕਦੀ ਹੈ। ਇਹ ਮਹਾਨਤਾ ਖੁਦਾ ਦੀ ਆਪਣੀ ਹੈ ਅਤੇ ਆਪਣੇ ਵਿੱਚ ਹੈ, ਉਸ ਨੂੰ ਕਿਸੇ ਦੁਆਰਾ ਨਹੀਂ ਮਿਲੀ ਕਿਉਂਕਿ ਉਹ ਆਪ ਸਰਵ ਸ਼ਕਤੀਮਾਨ ਖੁਦਾ ਹੈ। ਨੰਬਰ 2 ਆਦਰ ਬੰਦਗੀ। ਦੁਲੀਆ ਵੀ ਲਾਤੀਨੀ ਭਾਸ਼ਾ ਦਾ ਸ਼ਬਦ ਹੈ। ਇਹ ਇੱਜ਼ਤ ਜਾਂ ਆਦਰ ਖੁਦਾ ਦੇ ਸੇਵਾਦਾਰਾਂ ਨੂੰ ਜਾਂ ਪਵਿੱਤਰ ਚੀਜ਼ਾਂ ਨੂੰ ਅਸੀਂ ਦਿੰਦੇ ਹਾਂ ਕਿਉਂਕਿ ਖੁਦਾ ਨੇ ਉਹਨਾਂ ਨੂੰ ਕਈ ਅਲੌਕਿਕ ਤੋਹਫੇ ਦਿੱਤੇ ਹਨ ਜਿਸ ਦੇ ਸਦਕੇ ਉਹ ਇਸ ਦੁਨੀਆ ਵਿੱਚ ਖੁਦਾ ਦੇ ਮਹਾਨ ਕੰਮ ਕਰਦੇ ਸਨ, ਜਿਵੇਂ ਸੰਤ ਲੋਕ। ਮਹਾਬੰਦਗੀ। ਹਾਈਪਰਦੁਲੀਆ ਇੱਕ ਖਾਸ ਇੱਜ਼ਤਮਾਨ ਹੈ ਜਿਹੜਾ ਅਸੀਂ ਮਾਂ ਮਰੀਅਮ ਨੂੰ ਖੁਦਾ ਦੀ ਮਾਂ ਹੋਣ 'ਤੇ ਦਿੰਦੇ ਹਾਂ ਕਿਉਂਕਿ ਉਹ ਸੰਤਾਂ ਤੋਂ ਕਿਤੇ ਮਹਾਨ ਹੈ। ਸ਼ਰਧਾ ਸ਼ਬਦ ਪੂਜਾ ਸ਼ਬਦ ਨਾਲੋਂ ਵਧੇਰੇ ਖੁੱਲ੍ਹੇ ਤੌਰ 'ਤੇ ਵਰਤਿਆ ਜਾਂਦਾ ਹੈ। ਇਹ ਸ਼ਬਦ ਖੁਦਾ ਲਈ, ਸੰਤਾਂ ਲਈ, ਇੱਥੋਂ ਤੱਕ ਕਿ ਜਿਉਂਦੇ ਇਨਸਾਨਾਂ ਲਈ ਵੀ ਵਰਤਿਆ ਜਾਂਦਾ ਹੈ, ਜਿਵੇਂ ਮਸੀਹ ਦੇ ਪਵਿੱਤਰ ਦਿਲ ਦੀ ਸ਼ਰਧਾ, ਧੰਨ ਕੁਆਰੀ ਮਰੀਅਮ ਦੇ ਨਵੀਨੇ ਦੀ ਸ਼ਰਧਾ, ਸੰਤ ਐਂਥਨੀ ਨਵੀਨੇ ਦੀ ਸ਼ਰਧਾ। ਸਾਡੀ ਆਮ ਜ਼ਿੰਦਗੀ ਵਿੱਚ ਇਸ ਸ਼ਬਦ ਦੀ ਵਰਤੋਂ ਜਿਵੇਂ ਉਹ ਬਹੁਤ ਸ਼ਰਧਾਲੂ ਪਿਤਾ ਹੈ, ਜਾਣੇ ਕਿ ਆਪਣੇ ਬੱਚਿਆਂ ਦਾ ਬਹੁਤ ਖਿਆਲ ਕਰਨ ਵਾਲਾ, ਜਾਂ ਸ਼ਰਧਾਲੂ ਪਤੀ ਜਿਵੇਂ ਕਿ ਆਪਣੀ ਪਤਨੀ ਦੀ ਇੱਜ਼ਤ-ਮਾਣ ਅਤੇ ਦੇਖਭਾਲ ਕਰਨ ਵਾਲਾ। ਮਾਂ ਮਰੀਅਮ ਦੀ ਸ਼ਰਧਾ। ਜਿਵੇਂ ਕਿ ਪਹਿਲੇ ਦੱਸਿਆ ਹੈ ਕਿ ਹਰ ਇੱਕ ਆਦਮੀ ਦੀ ਇੱਜ਼ਤ ਉਸ ਦੀ ਮਹਾਨਤਾ ਦੇ ਅਨੁਸਾਰ ਕੀਤੀ ਜਾਂਦੀ ਹੈ। ਅਸੀਂ ਮਾਂ ਮਰੀਅਮ ਦੀ ਇਸ ਲਈ ਖਾਸ ਸ਼ਰਧਾ ਰੱਖਦੇ ਹਾਂ ਕਿਉਂਕਿ ਉਹ ਖੁਦਾ ਦੀ ਮਾਂ ਹੈ ਅਤੇ ਉਸ ਦੀ ਇਸ ਸ਼ਰਧਾ ਦਾ ਆਧਾਰ ਮਰੀਅਮ ਨੂੰ ਖੁਦਾ ਵੱਲੋਂ ਮਿਲੀਆਂ ਖੂਬੀਆਂ ਹਨ, ਜਿਵੇਂ ਮਰੀਅਮ ਦਾ ਖੁਦਾ ਦੀ ਮਾਂ ਹੋਣਾ, ਮਰੀਅਮ ਦਾ ਪੈਦਾ ਘਰ ਵਿੱਚ ਪੈਣਾ, ਮਰੀਅਮ ਦਾ ਕੁਆਰਾਪਨ, ਮਰੀਅਮ ਸਾਡੀ ਵਕੀਲਾ, ਮਰੀਅਮ ਦਾ ਅਸਮਾਨ ਵਿੱਚ ਉਠਾਇਆ ਜਾਣਾ। ਇਹ ਸਾਰੀਆਂ ਖੂਬੀਆਂ ਇਹ ਦੱਸਦੀਆਂ ਹਨ ਕਿ ਮਰੀਅਮ ਬਹੁਤ ਮਹਾਨ ਹੈ। ਦੂਸਰੀ ਗੱਲ, ਮਰੀਅਮ ਦਾ ਖੁਦਾ ਦੀ ਮਾਂ ਹੋਣਾ ਅਤੇ ਉਸ ਦੇ ਸਾਡੇ ਨਾਲ ਸੰਬੰਧ ਸਾਨੂੰ ਉਸ ਦੀ ਇੱਜ਼ਤ ਕਰਨ ਲਈ ਉਭਾਰਦੇ ਹਨ। ਮਾਂ ਮਰੀਅਮ ਸਾਡੀ ਰੂਹਾਨੀ ਮਾਂ ਹੈ ਕਿਉਂਕਿ ਯਿਸੂ ਮਸੀਹ ਕਲੀਸਿਆ ਦਾ ਸਿਰ ਹੈ ਜਿਸ ਦੇ ਅਸੀਂ ਅੰਗ ਹਾਂ, ਇਸ ਲਈ ਯਿਸੂ ਦੀ ਮਾਂ ਸਾਡੀ ਵੀ ਮਾਂ ਹੈ। ਹੁਣ ਸਾਡੇ ਦੂਸਰੇ ਭਰਾ ਇਸ ਸ਼ਰਧਾ ਨੂੰ ਗਲਤ ਸਮਝਦੇ ਹਨ ਅਤੇ ਕਹਿੰਦੇ ਹਨ ਕਿ ਕੈਥੋਲਿਕ ਕਲੀਸਿਆ ਮਰੀਅਮ ਦੀ ਪੂਜਾ ਕਰਦੇ ਹਨ। ਸਾਨੂੰ ਉਹਨਾਂ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਅਸੀਂ ਮਰੀਅਮ ਦੀ ਪੂਜਾ ਨਹੀਂ, ਸਗੋਂ ਉਸ ਦਾ ਇੱਕ ਮਾਂ ਵਾਂਗ ਆਦਰ ਕਰਦੇ ਹਾਂ। ਪੂਜਾ ਅਤੇ ਆਦਰ ਵਿਚਲੇ ਅੰਤਰ ਨੂੰ ਸਮਝਣਾ ਬਹੁਤ ਜ਼ਰੂਰੀ ਹੈ। ਪੂਜਾ ਦਾ ਮਕਸਦ ਦੋ ਤਰ੍ਹਾਂ ਦਾ ਹੈ। ਨੰਬਰ 1 ਸਰਵ ਅਧਿਕਾਰੀ, ਨੰਬਰ 2 ਸੂਚਕ ਸੰਬੰਧ। ਨੰਬਰ 1 ਐਬਸਲੂਟ ਸਰਵ ਅਧਿਕਾਰੀ। ਇਸ ਵਿੱਚ ਅਸੀਂ ਉਸ ਇਨਸਾਨ ਦੀ ਇੱਜ਼ਤ ਕਰਦੇ ਹਾਂ ਜਿਸ ਦੀ ਮਹਾਨਤਾ ਸਰਵ ਅਧਿਕਾਰੀ ਹੈ, ਜਿਵੇਂ ਖੁਦਾ ਬਾਪ। ਨੰਬਰ 2 ਰਿਲੇਟਿਵ ਸੂਚਕ ਸੰਬੰਧ। ਇਸ ਵਿੱਚ ਕਿਸੇ ਚੀਜ਼ ਜਾਂ ਮੂਰਤੀ ਨੂੰ ਇੱਜ਼ਤ ਨਹੀਂ ਦਿੱਤੀ ਜਾਂਦੀ ਜਿਸ ਦੇ ਸੰਬੰਧ ਉਸ ਇਨਸਾਨ ਨਾਲ ਹਨ ਜਿਸ ਨੂੰ ਅਸੀਂ ਇੱਜ਼ਤ ਦਿੰਦੇ ਹਾਂ। ਅਸੀਂ ਮਾਂ ਮਰੀਅਮ ਦੀ ਤਸਵੀਰ ਨੂੰ ਇਸ ਲਈ ਇੱਜ਼ਤ ਦਿੰਦੇ ਹਾਂ ਕਿਉਂਕਿ ਮਰੀਅਮ ਦਾ ਖੁਦਾ ਨਾਲ ਖਾਸ ਨਾਤਾ ਹੀ ਨਹੀਂ, ਸਗੋਂ ਉਹ ਤਾਂ ਆਪ ਖੁਦਾ ਦੀ ਮਾਂ ਹੈ। ਹੁਣ ਸਾਨੂੰ ਇਸ ਪਤਾ ਲੱਗ ਗਿਆ ਹੋਵੇਗਾ ਕਿ ਕਿਉਂਕਿ ਸਾਨੂੰ ਦੂਸਰੇ ਭਰਾ ਕਹਿੰਦੇ ਹਨ ਕਿ ਅਸੀਂ ਮਰੀਅਮ ਦੀ ਪੂਜਾ ਕਰਦੇ ਹਾਂ ਕਿਉਂਕਿ ਅਸੀਂ ਖੁਦਾ ਦੀ ਤਸਵੀਰ ਦੇ ਵਾਂਗ ਮਰੀਅਮ ਦੀ ਤਸਵੀਰ ਅੱਗੇ ਮੋਮਬੱਤੀ ਜਲਾ ਕੇ ਦੁਆ ਕਰਦੇ ਹਾਂ। ਇਸ ਲਈ ਉਹੀ ਕਹਿੰਦੇ ਹਨ ਕਿ ਅਸੀਂ ਮਾਂ ਮਰੀਅਮ ਦੀ ਪੂਜਾ। ਉਹਨਾਂ ਦੀ ਇਹ ਗਲਤਫਹਿਮੀ ਦੂਰ ਕਰਨ ਲਈ ਅਸੀਂ ਆਮ ਉਦਾਹਰਨਾਂ ਲਵਾਂਗੇ। ਸ਼ਰਧਾ ਆਪਣੇ ਮਨ ਦੀ ਹੁੰਦੀ ਹੈ, ਜਿਵੇਂ
ਜਦੋਂ ਸਾਡੇ ਘਰ ਜਾਂ ਸਮਾਜ ਵਿੱਚ ਸਾਡੇ ਤੋਂ ਵੱਡੇ ਜਾਂ ਧਾਰਮਿਕ ਮਹਾਨ ਲੋਕ ਆਉਂਦੇ ਹਨ ਤਾਂ ਅਸੀਂ ਉਹਨਾਂ ਦਾ ਵੱਖਰੇ ਵੱਖਰੇ ਢੰਗ ਨਾਲ ਆਦਰ ਮਾਣ ਕਰਦੇ ਹਾਂ। ਜਿਵੇਂ ਕੋਈ ਉਹਨਾਂ ਦੇ ਪੈਰਾਂ ਨੂੰ ਛੂੰਹਦਾ ਹੈ, ਕੋਈ ਗੋਡਿਆਂ ਨੂੰ ਛੂੰਹਦਾ ਹੈ ਅਤੇ ਕਈ ਮਾਣ ਕਰਦੇ ਹਨ। ਇੱਥੇ ਅਸੀਂ 3 ਤਰ੍ਹਾਂ ਦੇ ਲੋਕਾਂ ਦੀ ਸ਼ਰਧਾ ਦਿਖਾਈ ਹੈ ਅਤੇ ਤਿੰਨੋਂ ਢੰਗ ਵੱਖਰੇ ਹਨ, ਪਰ ਅਸੀਂ ਇਹਨਾਂ ਨੂੰ ਇਹ ਨਹੀਂ ਕਹਿ ਸਕਦੇ ਕਿ ਇਹ ਤਿੰਨੋਂ ਪੂਜਾ ਕਰਦੇ ਹਨ। ਇਹ ਇੱਕ ਤਰੀਕਾ ਹੈ ਆਪਣਾ ਪਿਆਰ ਅਤੇ ਆਦਰ ਵਿਖਾਉਣ ਦਾ। ਚਾਹੇ ਤੁਸੀਂ ਪੈਰਾਂ ਨੂੰ ਹੱਥ ਲਾ ਕੇ ਵਿਖਾਓ ਜਾਂ ਗੋਡਿਆਂ ਨੂੰ ਹੱਥ ਲਾ ਕੇ। ਇਸ ਤਰ੍ਹਾਂ ਸਾਡੇ ਵਿੱਚ ਕਈ ਲੋਕ ਹਨ ਜੋ ਮਾਂ ਮਰੀਅਮ ਦਾ ਆਦਰ ਮਾਣ ਉਸ ਦੀ ਤਸਵੀਰ ਦੇ ਅੱਗੇ ਮੋਮਬੱਤੀ ਜਲਾ ਕੇ ਕਰਦੇ ਹਨ ਅਤੇ ਕਈ ਤਸਵੀਰ ਅੱਗੇ ਬਿਨਾਂ ਮੋਮਬੱਤੀ ਜਲਾਏ ਹੀ ਮਾਂ ਮਰੀਅਮ ਅੱਗੇ ਦੁਆ ਕਰਦੇ ਹਨ। ਮੋਮਬੱਤੀ ਜਲਾਉਣ ਨਾਲ ਜਾਂ ਨਾ ਜਲਾਉਣ ਨਾਲ ਮਾਂ ਮਰੀਅਮ ਦੀ ਨਾ ਤਾਂ ਇੱਜ਼ਤ ਘਟਦੀ ਹੈ ਅਤੇ ਨਾ ਹੀ ਵੱਧਦੀ ਹੈ। ਇਹ ਤਾਂ ਆਪਣੀ ਆਪਣੀ ਸ਼ਰਧਾ ਹੈ, ਕਿਉਂਕਿ ਅਸੀਂ ਜਾਣਦੇ ਹਾਂ ਕਿ ਖੁਦਾ ਨੇ ਮਰੀਅਮ ਨੂੰ ਆਦਰ ਕਰਾਉਣ ਦਾ ਅਧਿਕਾਰ ਅਤੇ ਖੂਬੀਆਂ ਦਿੱਤੀਆਂ ਹਨ। ਨੰਬਰ 1, ਖੁਦਾ ਆਪ ਚਾਹੁੰਦਾ ਹੈ ਕਿ ਅਸੀਂ ਮਾਂ ਮਰੀਅਮ ਦਾ ਖਾਸ ਆਦਰ ਕਰੀਏ, ਕਿਉਂਕਿ ਖੁਦਾ ਨੇ ਫਰਿਸ਼ਤੇ ਰਾਹੀਂ ਆਪ ਮਰੀਅਮ ਨੂੰ ਕਿਹਾ ਸੀ, ਸਲਾਮ, ਫਜ਼ਲ ਨਾਲ ਭਰੀ ਹੋਈ, ਪ੍ਰਭੂ ਤੇਰੇ ਨਾਲ ਹੈ, ਤੂੰ ਔਰਤਾਂ ਵਿੱਚੋਂ ਧਨ ਹੈ। ਅਤੇ ਐਲਿਜ਼ਬeth ਦੇ ਮੂੰਹ ਦੁਆਰਾ ਵੀ ਉਸਨੇ ਮਰੀਅਮ ਦੀ ਪ੍ਰਸ਼ੰਸਾ ਕਰਵਾਈ ਸੀ। ਐਲਿਜ਼ਬeth ਨੇ ਪਵਿੱਤਰ ਆਤਮਾ ਨਾਲ ਭਰਪੂਰ ਹੋ ਕੇ ਕਿਹਾ, ਤੂੰ ਔਰਤਾਂ ਵਿੱਚੋਂ ਧਨ ਹੈ ਅਤੇ ਤੇਰੀ ਕੁੱਖ ਦਾ ਫਲ ਮੇਰੇ ਇਹ ਵੱਡ ਬਾਗ, ਕਿੱਥੋਂ ਕਿ ਮੇਰੇ ਪ੍ਰਭੂ ਦੀ ਮਾਂ ਮੇਰੇ ਕੋਲ ਚੱਲ ਆਈ। ਨੰਬਰ 2, ਮਸੀਹ ਵੀ ਇਹ ਚਾਹੁੰਦਾ ਹੈ ਕਿ ਅਸੀਂ ਮਾਂ ਮਰੀਅਮ ਦੇ ਵਿਸ਼ਵਾਸ ਕਰੀਏ, ਕਿਉਂਕਿ ਜਦੋਂ ਯਿਸੂ ਨੇ ਦੇ ਚਮਤਕਾਰ ਕਰਨ ਦਾ ਸਮਾਂ ਭਾਵੇਂ ਅਜੇ ਨਹੀਂ ਸੀ ਆਇਆ, ਪਰ ਫਿਰ ਵੀ ਉਸਨੇ ਮਾਂ ਮਰੀਅਮ ਦੀ ਗੱਲ ਨਾ ਮੋੜੀ ਅਤੇ ਪਹਿਲਾ ਚਮਤਕਾਰ ਕੀਤਾ। ਇਸ ਦਾ ਮਤਲਬ ਮਸੀਹ ਵੀ ਸਾਡੇ ਕੋਲੋਂ ਇਹ ਚਾਹੁੰਦਾ ਹੈ ਕਿ ਅਸੀਂ ਵੀ ਮਰੀਅਮ 'ਤੇ ਭਰੋਸਾ ਰੱਖੀਏ ਅਤੇ ਜਦੋਂ ਸਾਨੂੰ ਕਿਸੇ ਚੀਜ਼ ਦੀ ਜ਼ਰੂਰਤ ਹੋਵੇ ਤਾਂ ਮਾਂ ਮਰੀਅਮ ਨੂੰ ਦੱਸੀਏ, ਤਾਂ ਕਿ ਉਹ ਮਸੀਹ ਅੱਗੇ ਸਾਡੇ ਲਈ ਸਿਫਾਰਿਸ਼ ਕਰੇ, ਜਿਸ ਤਰ੍ਹਾਂ ਉਸਨੇ ਕਾਨਾ ਗਲੀਲ ਵਿੱਚ ਕੀਤੀ ਸੀ। ਨੰਬਰ 3, ਸਲੀਬ ਉੱਤੇ ਮਰਨ ਦੇ ਵੇਲੇ ਵੀ ਪ੍ਰਭੂ ਯਿਸੂ ਸਾਨੂੰ ਇਹ ਸਿਖਾਉਂਦੇ ਹਨ ਕਿ ਸਾਨੂੰ ਮਾਂ ਮਰੀਅਮ ਨੂੰ ਕਿੰਨਾ ਪਿਆਰ ਕਰਨਾ ਚਾਹੀਦਾ ਹੈ। ਯਿਸੂ ਨੇ ਆਪਣੀ ਮਾਂ ਅਤੇ ਉਸ ਚੇਲੇ ਨੂੰ ਜਿਸ ਨੂੰ ਉਹ ਪਿਆਰ ਕਰਦੇ ਸਨ ਲਾਗੇ ਖੜੇ ਵੇਖਿਆ ਤਾਂ ਉਹ ਆਪਣੀ ਮਾਂ ਨੂੰ ਬੋਲੇ, ਮਾਂ ਦੇਖ ਤੇਰਾ ਪੁੱਤਰ, ਅਤੇ ਚੇਲੇ ਨੂੰ ਵੀ ਕਿਹਾ, ਦੇਖ ਤੇਰੀ ਮਾਂ। ਉਸ ਵੇਲੇ ਉਹ ਚੇਲਾ ਮਾਂ ਮਰੀਅਮ ਅਰਥਾਤ ਯਿਸੂ ਦੀ ਮਾਂ ਨੂੰ ਆਪਣੇ ਘਰ ਲੈ ਗਿਆ। ਇਸ ਲਈ ਮਾਂ ਮਰੀਅਮ ਉਸ ਦਿਨ ਤੋਂ ਸਾਡੀ ਮਾਂ ਬਣ ਗਈ। ਪ੍ਰਭੂ ਯਿਸੂ ਨੇ ਆਪਣੀ ਮਾਂ ਸਾਨੂੰ ਇਸ ਲਈ ਦਿੱਤੀ ਕਿ ਤਾਂ ਕਿ ਅਸੀਂ ਮਾਂ ਦੀ ਦੇਖ ਰੇਖ ਵਿੱਚ ਰਹੀਏ ਅਤੇ ਮਰੀਅਮ ਨੂੰ ਮਾਂ ਵਾਂਗ ਪਿਆਰ ਅਤੇ ਉਸ ਦਾ ਆਦਰ ਕਰੀਏ। ਅਸੀਂ ਆਪਣੀ ਆਮ ਜ਼ਿੰਦਗੀ ਵਿੱਚ ਵੇਖਦੇ ਹਾਂ, ਮਾਂ ਨੂੰ ਬੇਟੇ ਨਾਲੋਂ ਅਤੇ ਬੇਟੇ ਨੂੰ ਮਾਂ ਨਾਲੋਂ ਕਦੀ ਵੀ ਵੱਖਰਾ ਨਹੀਂ ਕੀਤਾ ਜਾ ਸਕਦਾ। ਬੇਸ਼ੱਕ ਬੇਟਾ ਮਰ ਵੀ ਜਾਵੇ, ਫਿਰ ਵੀ ਮਾਂ ਉਸ ਦੀ ਮਾਂ ਹੀ ਰਹਿੰਦੀ ਹੈ। ਇਸੇ ਤਰ੍ਹਾਂ ਜਦੋਂ ਮਾਂ ਮਰ ਜਾਂਦੀ ਹੈ, ਫਿਰ ਵੀ ਬੇਟਾ ਉਸ ਦਾ ਬੇਟਾ ਹੀ ਰਹਿੰਦਾ ਹੈ। ਇਹ ਤਾਂ ਬੇਵਕੂਫੀ ਹੈ ਕਿ ਕੋਈ ਕਹੇ ਕਿ ਬੱਚੇ ਨੂੰ ਉਸ ਦਾ ਬੇਟਾ ਹੀ ਰਹਿੰਦਾ ਹੈ। ਇਹ ਤਾਂ ਬੇਵਕੂਫੀ ਹੈ ਕਿ ਕੋਈ ਕਹੇ ਕਿ ਬੱਚੇ ਨੂੰ ਜਨਮ ਦੇਣ ਬਾਅਦ ਮਾਂ ਦੀ ਕੋਈ ਜ਼ਰੂਰਤ ਨਹੀਂ। ਜਿਸ ਤਰ੍ਹਾਂ ਕਿ ਲੋਕ ਮਰੀਅਮ ਬਾਰੇ ਕਹਿੰਦੇ ਹਨ ਕਿ ਉਹ ਇਸ ਤਰ੍ਹਾਂ ਇਸ ਲਈ ਕਹਿੰਦੇ ਹਨ ਕਿਉਂਕਿ ਉਹ ਸਮਝਦੇ ਹਨ ਕਿ ਖੁਦਾ ਨੇ ਮਰੀਅਮ ਨੂੰ ਸਿਰਫ ਯਿਸੂ ਨੂੰ ਜਨਮ ਦੇਣ ਲਈ ਚੁਣਿਆ ਸੀ, ਜੋ ਗਲਤ ਹੈ। ਖੁਦਾ ਨੇ ਮਰੀਅਮ ਨੂੰ ਅਨੰਤ ਕਾਲ ਤੋਂ ਹੀ ਚੁਣ ਲਿਆ ਸੀ ਅਤੇ ਉਸ ਨੂੰ ਹਰ ਇੱਕ ਗੁਨਾਹ ਤੋਂ ਸਾਫ਼ ਰੱਖਿਆ ਸੀ ਅਤੇ ਮਰੀਅਮ ਸਾਡੀ ਮੁਕਤੀ ਦੀ ਯੋਜਨਾ ਦਾ ਇੱਕ ਹਿੱਸਾ ਹੈ। ਇਹੀ ਕਾਰਨ ਹੈ ਕਿ ਅਸੀਂ ਮਰੀਅਮ ਨੂੰ ਮੁਕਤੀ ਦੀ ਯੋਜਨਾ ਤੋਂ ਵੱਖਰਾ ਨਹੀਂ ਕਰ ਸਕਦੇ ਅਤੇ ਜੇਕਰ ਅਸੀਂ ਮਰੀਅਮ ਨੂੰ ਮੁਕਤੀ ਦੀ ਯੋਜਨਾ ਤੋਂ ਵੱਖਰਾ ਨਹੀਂ ਕਰ ਸਕਦੇ ਤਾਂ ਅਸੀਂ ਉਸ ਨੂੰ ਯਿਸੂ ਨਾਲੋਂ ਵੀ ਵੱਖਰਾ ਨਹੀਂ ਕਰ ਸਕਦੇ।
ਅਤੇ ਜੇਕਰ ਅਸੀਂ ਮਰੀਅਮ ਨੂੰ ਯਿਸੂ ਨਾਲੋਂ ਵੱਖਰਾ ਨਹੀਂ ਕਰ ਸਕਦੇ ਤਾਂ ਮਰੀਅਮ ਨੂੰ ਆਪਣੇ ਨਾਲੋਂ ਵੀ ਵੱਖਰਾ ਨਹੀਂ ਕਰ ਸਕਦੇ। ਇਹੀ ਕਾਰਨ ਹੈ ਕਿ ਅਸੀਂ ਮਰੀਅਮ ਦੀ ਇੱਜ਼ਤ ਕਰਦੇ ਹਾਂ ਅਤੇ ਉਸ ਨੂੰ ਮਾਂ ਵਾਂਗ ਪਿਆਰ ਕਰਦੇ ਹਾਂ, ਪਰ ਅਸੀਂ ਮਾਂ ਮਰੀਅਮ ਦੀ ਸਿਜਦਾ ਪੂਜਾ ਨਹੀਂ ਕਰਦੇ। ਫਿਰ ਵੀ ਕਈ ਲੋਕ ਕਹਿੰਦੇ ਹਨ ਕਿ ਜਿਸ ਵੀ ਚੀਜ਼ ਦੀ ਸਾਨੂੰ ਜ਼ਰੂਰਤ ਹੈ ਉਹ ਮਰੀਅਮ ਕੋਲੋਂ ਸਾਨੂੰ ਮੰਗਣ ਦੀ ਕੀ ਜ਼ਰੂਰਤ ਹੈ। ਸਾਨੂੰ ਯਿਸੂ ਕੋਲੋਂ ਸਿੱਧਾ ਮੰਗ ਲੈਣਾ ਚਾਹੀਦਾ ਹੈ, ਕਿਉਂਕਿ ਸਾਰੇ ਫਜ਼ਲ ਤਾਂ ਯਿਸੂ ਕੋਲੋਂ ਹੀ ਮਿਲਦੇ ਹਨ। ਹਾਂ, ਇਹ ਸਹੀ ਗੱਲ ਹੈ ਕਿ ਸਾਰੇ ਫਜ਼ਲ ਯਿਸੂ ਕੋਲੋਂ ਹੀ ਮਿਲਦੇ ਹਨ। ਫਿਰ ਵੀ ਮਰੀਅਮ ਕੋਲੋਂ ਮੰਗਣ ਦੀ ਜ਼ਰੂਰਤ ਹੈ। ਮੰਨ ਲਵੋ ਕਿ ਇੱਕ ਪਰਿਵਾਰ ਹੈ, ਉਸ ਪਰਿਵਾਰ ਵਿੱਚ ਬੱਚੇ, ਉਹਨਾਂ ਬੱਚਿਆਂ ਦਾ ਬਾਪ ਮਿਹਨਤ ਕਰਦਾ ਅਤੇ ਮਾਂ ਘਰ ਵਿੱਚ ਰਹਿੰਦੀ ਹੈ। ਬੱਚਿਆਂ ਨੂੰ ਪਤਾ ਵੀ ਹੈ ਕਿ ਉਹਨਾਂ ਦਾ ਬਾਪ ਕਮਾਈ ਕਰਦਾ ਹੈ, ਮਾਂ ਨਹੀਂ, ਪਰ ਫਿਰ ਵੀ ਜਦੋਂ ਉਹਨਾਂ ਨੂੰ ਜ਼ਰੂਰਤ ਹੁੰਦੀ ਹੈ ਉਹ ਪੈਸੇ ਮਾਂ ਕੋਲੋਂ ਹੀ ਮੰਗਦੇ ਹਨ, ਬਾਪ ਕੋਲ ਨਹੀਂ। ਇਹ ਕਿਉਂ? ਕਿਉਂਕਿ ਉਹ ਆਪਣੇ ਮਾਂ-ਬਾਪ ਦੇ ਅਧਿਕਾਰ ਨੂੰ ਸਮਝਦੇ ਹਨ। ਇਸੇ ਤਰ੍ਹਾਂ ਖੁਦਾ ਨੇ ਮਰੀਅਮ ਨੂੰ ਕੁਝ ਅਧਿਕਾਰ ਦਿੱਤੇ ਹਨ, ਜਿਨ੍ਹਾਂ ਕਾਰਨ ਅਸੀਂ ਮਾਂ ਮਰੀਅਮ ਦੀ ਮਦਦ ਦੀ ਮੰਗ ਕਰਦੇ ਹਾਂ। ਇਸ ਲਈ ਅਸੀਂ ਉਹਦੇ ਅੱਗੇ ਸਿਫਾਰਿਸ਼ ਕਰਦੇ ਹਾਂ। ਮਾਂ ਮਰੀਅਮ ਦੀ ਕੈਥੋਲਿਕ ਕਲੀਸਿਆ ਵਿੱਚ ਭੂਮਿਕਾ। ਮਾਂ ਮਰੀਅਮ ਕਲੀਸਿਆ ਦੀ ਸਭ ਤੋਂ ਵਿਸ਼ੇਸ਼ ਮੈਂਬਰ, ਇਸਰਾਏਲ ਦੇ ਮੁਕਤੀਦਾਤਾ ਦੇ ਜਨਮ ਦੀ ਖੁਸ਼ਖਬਰੀ ਨੂੰ ਸਭ ਤੋਂ ਪਹਿਲਾਂ ਖਬਰ ਸੁਣਨ ਵਾਲੀ ਅਤੇ ਉਸ ਸੰਦੇਸ਼ 'ਤੇ ਪੂਰੀ ਤਰ੍ਹਾਂ ਮੰਨਣ 'ਤੇ ਭਰੋਸਾ ਕਰਨ ਵਾਲੀ ਹੈ। ਮਾਂ ਮਰੀਅਮ ਕਲੀਸਿਆ ਲਈ ਉੱਤਮ ਆਦਰਸ਼ ਵਜੋਂ ਜਾਣੀ ਜਾਂਦੀ ਹੈ। ਉਹ ਆਪਣੇ ਵਿਅਕਤੀਤਵ ਵਿੱਚ ਪੂਰੀ ਕਲੀਸਿਆ ਨੂੰ ਸਮੋਏ ਬੈਠੀ ਹੈ ਅਤੇ ਮਸੀਹ ਦੀ ਉੱਤਮ ਅਤੇ ਪੂਰਨ ਪੈਰੋਕਾਰ ਹੈ। ਮਾਂ ਮਰੀਅਮ ਨੇ ਜਬਰਾਇਲ ਫਰਿਸ਼ਤੇ ਦੁਆਰਾ ਸਭ ਤੋਂ ਪਹਿਲਾਂ ਮਸੀਹ ਦੇ ਦੇਹ ਧਾਰਨ ਦੀ ਖਬਰ ਸੁਣੀ ਅਤੇ ਉਸਨੇ ਵਿਸ਼ਵਾਸ ਕੀਤਾ। ਉਸਨੇ ਨਾ ਕੇਵਲ ਮਸੀਹ ਨੂੰ ਆਪਣੀ ਕੁੱਖ ਵਿੱਚ ਧਾਰਨ ਕੀਤਾ, ਸਗੋਂ ਸੰਤ ਯੂਸਫ ਨਾਲ ਮਿਲ ਕੇ ਯਹੂਦੀ ਰੀਤੀ ਰਿਵਾਜ ਅਨੁਸਾਰ ਉਸਦੀ ਪਰਵਰਿਸ਼ ਕੀਤੀ ਅਤੇ ਆਪਣੇ ਬੇਟੇ ਦੀ ਸਲੀਬੀ ਮੌਤ ਤੱਕ ਉਸਦੀ ਪੈਰੋਕਾਰ ਰਹੀ। ਉਹ ਆਪਣੀਆਂ ਦੁਆਵਾਂ ਅਤੇ ਵਿਸ਼ਵਾਸ ਰਾਹੀਂ ਰੂਹ ਪਾਕ 'ਤੇ ਉਤਰਨ ਦਾ ਇੰਤਜ਼ਾਰ ਕਰਦੀ ਰਹੀ ਅਤੇ ਜਦੋਂ ਪੈਂਤਾਕੋਸਤ ਵਾਲੇ ਦਿਨ ਰੂਹ ਪਾਕ ਚੇਲਿਆਂ 'ਤੇ ਉਤਰਿਆ ਤਾਂ ਉਹਨਾਂ ਨਾਲ ਉਹ ਹਾਜ਼ਰ ਸੀ, ਉਸੇ ਤਰ੍ਹਾਂ ਜਿਵੇਂ ਰੂਹ ਪਾਕ ਦਾ ਛਾਇਆ ਉੱਤੇ ਗਰਭ ਧਾਰਨ ਸਮੇਂ ਹੋਇਆ ਸੀ। ਕਲੀਸਿਆ ਲਈ ਉੱਤਮ ਆਦਰਸ਼। ਮਾਂ ਮਰੀਅਮ ਕਲੀਸਿਆ ਲਈ ਉੱਤਮ ਆਦਰਸ਼ ਇਸ ਲਈ ਹੈ ਕਿਉਂਕਿ ਉਸਨੇ ਖੁਦਾ ਦਾ ਵਚਨ ਸੁਣਿਆ ਅਤੇ ਉਸ 'ਤੇ ਵਿਸ਼ਵਾਸ ਕੀਤਾ। ਇਹ ਹੀ ਕਲੀਸਿਆ ਦਾ ਮੂਲ ਕੰਮ ਹੈ ਅਤੇ ਇਹ ਹੀ ਪੈਰੋਕਾਰੀ ਹੈ। ਕੁਝ ਲੋਕ ਮਾਂ ਮਰੀਅਮ 'ਤੇ ਇਤਰਾਜ਼ ਕਰਦੇ ਹਨ ਕਿ ਉਹ ਕਲੀਸਿਆ ਦਾ ਆਦਰਸ਼ ਨਹੀਂ ਹੋ ਸਕਦੀ, ਕਿਉਂਕਿ ਪਵਿੱਤਰ ਬਾਈਬਲ ਇਸ ਬਾਰੇ ਬਹੁਤ ਘੱਟ ਦੱਸਦੀ ਹੈ। ਪਰ ਮਾਂ ਮਰੀਅਮ ਦੀ ਜ਼ਿੰਦਗੀ ਅਸਲ ਕਲੀਸਿਆ ਵਾਂਗ ਹੀ, ਜਿਵੇਂ ਕਲੀਸਿਆ ਜ਼ਿਆਦਾ ਆਪ ਸੁਰਖੀਆਂ ਤੋਂ ਦੂਰ ਰਹਿੰਦੇ ਹੋਏ ਚੁੱਪਚਾਪ ਪਰ ਇਮਾਨਦਾਰੀ ਨਾਲ ਹਰ ਰੋਜ਼ ਖੁਦਾ ਦੀ ਮਰਜ਼ੀ ਨੂੰ ਪੂਰਾ ਕਰਦੀ ਹੈ, ਉਸੇ ਤਰ੍ਹਾਂ ਮਾਂ ਮਰੀਅਮ ਨੇ ਕੀਤਾ। ਮਾਂ ਮਰੀਅਮ ਨੇ ਖੁਦਾ ਦੇ ਵਚਨਾਂ ਨੂੰ ਆਪਣੇ ਦਿਲ ਵਿੱਚ ਵਿਚਾਰਿਆ ਤੇ ਆਪਣੀ ਜ਼ਿੰਦਗੀ ਵਿੱਚ ਇਸ ਅਨੁਸਾਰ ਸੁਧਾਰਨ ਤਰੀਕੇ ਨਾਲ ਜਿਵੇਂ ਖੁਦਾ ਨੇ ਉਸ ਨੂੰ ਕਿਹਾ ਉਸੇ ਤਰ੍ਹਾਂ ਕੀਤਾ। ਨਿਮਰ ਅਤੇ ਤਾਬੇਦਾਰ ਪੈਰੋਕਾਰ। ਉਹ ਧਰਤੀ 'ਤੇ ਮਸੀਹ ਦੀ ਸਭ ਤੋਂ ਨਿਮਰ ਅਤੇ ਤਾਬੇਦਾਰ ਪੈਰੋਕਾਰ ਸੀ ਅਤੇ ਖੁਦਾ ਨੇ ਉਸ ਨੂੰ ਸਵਰਗ ਵਿੱਚ ਉੱਚਾ ਬਣਾਇਆ। ਪ੍ਰਭੂ ਯਿਸੂ ਮਸੀਹ ਨੇ ਆਪ ਫਰਮਾਇਆ ਹੈ ਕਿ ਤੁਹਾਡੇ ਜੋ ਸਭ ਤੋਂ ਨੀਵਾਂ ਹੈ ਉਹ ਹੀ ਉੱਚਾ ਕੀਤਾ ਜਾਵੇਗਾ ਅਤੇ ਜੋ ਆਪਣੇ ਆਪ ਨੂੰ ਨੀਵਾਂ ਕਰਦਾ ਹੈ ਉਹ ਉੱਚਾ ਕੀਤਾ ਜਾਵੇਗਾ। ਮਾਂ ਮਰੀਅਮ ਨੇ ਵੀ ਆਪਣੀ ਪ੍ਰਾਰਥਨਾ ਵਿੱਚ ਇਸ ਗੱਲ ਦੀ ਹੂਕ ਲਗਾਈ। ਉਸਨੇ ਆਪਣੀ ਦਾਸੀ 'ਤੇ ਕਿਰਪਾ ਕੀਤੀ, ਹੁਣ ਤੋਂ ਸਭ ਪੀੜ੍ਹੀਆਂ ਮੈਨੂੰ ਧੰਨ ਕਹਿਣਗੀਆਂ, ਕਿਉਂਕਿ ਸਰਵਸ਼ਕਤੀਮਾਨ ਨੇ ਮੇਰੇ ਲਈ ਅਦਭੁਤ ਕੰਮ ਕੀਤੇ ਹਨ। ਉਸ ਦਾ ਨਾਮ ਮੁਬਾਰਕ ਹੈ। ਮਾਂ ਮਰੀਅਮ ਵਾਂਗ ਕਲੀਸਿਆ ਨੂੰ ਵੀ ਖੁਦਾ ਦੇ ਵਿਸ਼ਵਾਸ ਪਾਤਰ ਅਤੇ ਆਗਿਆਕਾਰੀ ਦਾਸ ਬਣਨ ਲਈ ਕਿਹਾ ਜਾਂਦਾ ਹੈ। ਜੋ ਕੁਝ ਵੀ ਕਲੀਸਿਆ ਵਿੱਚ ਚੰਗਾ ਹੁੰਦਾ ਹੈ ਉਸ ਦੀ ਵਡਿਆਈ ਅਸੀਂ ਆਪਣੀ ਲਿਆਕਤ ਨੂੰ ਨਹੀਂ ਸਗੋਂ ਖੁਦਾ ਨੂੰ ਦਿੰਦੇ ਹਾਂ। ਮਾਂ ਮਰੀਅਮ
ਕਲੀਸਿਆ ਦੀ ਮਾਂ ਮਰੀਅਮ ਕਲੀਸਿਆ ਦੇ ਲਈ ਆਦਰਸ਼ ਹੀ ਨਹੀਂ ਸਗੋਂ ਇਸ ਦੀ ਮਾਂ ਵੀ ਹੈ। ਸਲੀਬ ਤੋਂ ਪ੍ਰਭੂ ਯਿਸੂ ਨੇ ਆਪਣੇ ਇੱਕ ਪਿਆਰੇ ਚੇਲੇ ਨੂੰ, ਜੋ ਸਾਰੀ ਮਸੀਹ ਸੰਗਤ ਦਾ ਪ੍ਰਤੀਨਿਧਤਾ ਕਰ ਰਿਹਾ ਸੀ, ਕਿਹਾ ਸੀ, ਦੇਖ ਤੇਰੀ ਮਾਂ। ਕਲੀਸਿਆ ਦੀ ਸ਼ੁਰੂਆਤ ਤੋਂ ਮਸੀਹ ਲੋਕ ਮਾਂ ਮਰੀਅਮ ਨੂੰ ਮਾਂ ਦੇ ਤੌਰ 'ਤੇ ਮੰਨਿਆ ਹੈ। ਕਲੀਸਿਆ ਮਸੀਹ ਦਾ ਸਰੀਰ ਹੈ। ਜਿਵੇਂ ਮਾਂ ਮਰੀਅਮ ਪ੍ਰਭੂ ਯਿਸੂ ਦੀ ਮਾਂ ਹੈ, ਉਵੇਂ ਹੀ ਉਹ ਦੇ ਧਰਤੀ ਉੱਤੇ ਮਸੀਹ ਦੇ ਸਰੀਰ ਯਾਨੀ ਕਲੀਸਿਆ ਦੀ ਮਾਂ ਹੈ। ਮਾਂ ਮਰੀਅਮ ਸਾਡੀ ਵਕੀਲਾ। ਦੂਜੀ ਵੈਟੀਕਨ ਕੌਂਸਲ ਦੇ ਵਿਧਾਇਕ ਸੰਵਿਧਾਨ ਦੇ ਅਨੁਸਾਰ ਮਾਂ ਮਰੀਅਮ ਆਪਣੀ ਮਾਤਰੀ ਦਇਆ ਅਤੇ ਮਮਤਾ ਨਾਲ ਧਰਤੀ 'ਤੇ ਮਸੀਹ ਸੰਗਤ ਦੀ ਦੇਖ ਰੇਖ ਕਰਦੀ ਹੈ। ਉਹ ਸਾਡੇ ਲਈ ਦੁਆ ਕਰਦੀ ਹੈ ਅਤੇ ਉਸ ਦੀਆਂ ਅਰਦਾਸਾਂ ਸਾਡੇ ਲਈ ਸਦੀਵੀ ਮੁਕਤੀ ਦੇ ਤੋਹਫੇ ਲਿਆਉਂਦੀਆਂ ਹਨ। ਮਾਂ ਮਰੀਅਮ ਨੂੰ ਮਸੀਹ ਸੰਗਤ ਦੇ ਮਾੜੇ ਅਤੇ ਚੰਗੇ ਸਮੇਂ ਲਗਾਤਾਰ ਸੰਗਤ ਦੀ ਮਜ਼ਬੂਤੀ ਅਤੇ ਖੁਦਾ ਦਾ ਆਪਣੇ ਲੋਕਾਂ ਨੂੰ ਬਣਾਉਣ ਲਈ ਅਰਦਾਸ ਕਰਦਿਆਂ ਦੀ ਕਲਪਨਾ ਕਰੋ। ਮਸੀਹ ਸੰਗਤ ਖੁਦਾ ਦਾ ਪਰਿਵਾਰ ਹੈ ਅਤੇ ਸਾਨੂੰ ਖੁਦਾ ਆਪਣੇ ਬਾਪ ਦਾ ਹਮੇਸ਼ਾ ਧੰਨਵਾਦ ਕਰਨਾ ਚਾਹੀਦਾ ਹੈ, ਜਿਸ ਨੇ ਸਾਨੂੰ ਅਜਿਹੀ ਮਾਂ ਪ੍ਰਦਾਨ ਕੀਤੀ ਹੈ ਜਿਹੜੀ ਹਮੇਸ਼ਾ ਉਸ ਦੇ ਤਖ਼ਤ ਦੇ ਸਾਹਮਣੇ ਸਾਡੇ ਲਈ ਅਰਦਾਸ ਕਰਦੀ ਹੈ। ਉਹ ਆਪਣੀਆਂ ਬੇਨਤੀਆਂ ਨੂੰ ਖੁਦਾ ਅਤੇ ਮਨੁੱਖਾਂ ਵਿਚਲੇ ਇੱਕੋ ਇੱਕ ਵਿਚੋਲੇ ਅਰਥਾਤ ਯਿਸੂ ਮਸੀਹ ਨਾਲ, ਜਿਸ ਨੇ ਆਪਣੇ ਆਪ ਨੂੰ ਸਾਡੇ ਪਾਪਾਂ ਦੇ ਕਫਾਰੇ ਲਈ ਕੁਰਬਾਨ ਕੀਤਾ, ਨਾਲ ਮਿਲ ਕੇ ਖੁਦਾ ਦੇ। ਕੈਥੋਲਿਕ ਲੋਕਾਂ ਲਈ ਇਹ ਜ਼ਰੂਰੀ ਹੈ ਕਿ ਉਹ ਮਾਂ ਮਰੀਅਮ ਦੀ ਖੁਦਾ ਦੀ ਮੁਕਤੀ ਯੋਜਨਾ ਵਿੱਚ ਭੂਮਿਕਾ ਪ੍ਰਤੀ ਵਿਸ਼ਵਾਸ ਨੂੰ ਧਾਰਨ ਕਰਨ। ਖੁਦਾ ਦੇ ਲੋਕਾਂ ਨੇ ਸਦੀਆਂ ਤੋਂ ਹੀ ਮਸੀਹ ਕਲਾ, ਸੰਗੀਤ ਅਤੇ ਸਾਹਿਤ ਰਾਹੀਂ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਹੋਏ ਆਏ ਹਨ। ਕੈਥੋਲਿਕ ਕਲੀਸਿਆ ਦੀ ਮਾਂ ਮਰੀਅਮ ਪ੍ਰਤੀ ਸ਼ਰਧਾ ਅਤੇ ਉਸ ਦੀ ਖੁਦਾ ਦੀ ਮੁਕਤੀ ਯੋਜਨਾ ਵਿੱਚ ਭੂਮਿਕਾ ਕਿਸੇ ਸਿਧਾਂਤਿਕ ਪਰਿਭਾਸ਼ਾ ਵਿੱਚ ਨਹੀਂ, ਸਗੋਂ ਸੰਗਤ ਆਪਣੇ ਅਨੁਭਵ ਵਿੱਚ ਜਿਨ੍ਹਾਂ ਅਨੁਸਾਰ ਮਾਂ ਮਰੀਅਮ ਉਹਨਾਂ ਦੀਆਂ ਦੁਆਵਾਂ ਦਾ ਉੱਤਰ ਨਾ ਮਿਲਣਾ ਤੇ ਮੁਕਤੀ ਯੋਜਨਾ ਵਿੱਚ ਪ੍ਰੇਰਿਤ ਕਰਨ ਦੇ ਨਤੀਜੇ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕੈਥੋਲਿਕ ਕਲੀਸਿਆ ਸਿੱਖਿਆ ਵਿਧਾਨ ਅਨੁਸਾਰ ਕਈ ਵਾਰ ਮਾਂ ਮਰੀਅਮ ਪ੍ਰਤੀ ਅਥਾਹ ਸ਼ਰਧਾ, ਜਿਸ ਵਿੱਚ ਉਹ ਉਸ ਨੂੰ ਖੁਦਾ ਦਾ ਸਥਾਨ ਦੇਣ ਲੱਗ ਪੈਂਦੇ ਸਨ, ਤਾੜਨਾ ਕੀਤੀ ਗਈ ਹੈ। ਮਾਂ ਮਰੀਅਮ ਸਾਨੂੰ ਇਹ ਕਰਨ ਤੋਂ ਮਨਾ ਕਰਦੀ ਹੈ। ਉਸ ਦੀ ਜ਼ਿੰਦਗੀ ਦਾ ਉਦੇਸ਼ ਖੁਦਾ ਦੀ ਵਡਿਆਈ ਕਰਨਾ ਅਤੇ ਆਪਣੇ ਬੇਟੇ ਯਿਸੂ ਮਸੀਹ ਵੱਲ ਲੋਕਾਂ ਦਾ ਮਾਰਗ ਦਰਸ਼ਨ ਕਰਨਾ ਹੈ। ਮਾਂ ਮਰੀਅਮ ਪ੍ਰਤੀ ਸਹੀ ਸਮਝ ਉਸ ਨੂੰ ਖੁਦਾ ਦੀ ਦਾਸੀ ਅਤੇ ਮੁਕਤੀ ਯੋਜਨਾ ਵਿੱਚ ਉਸ ਨੂੰ ਮਿਲੀ ਭੂਮਿਕਾ ਨੂੰ ਸਮਝਣ ਵਿੱਚ ਹੈ। ਦੂਜੀ ਵੈਟੀਕਨ ਕੌਂਸਲ ਦੇ ਸੰਵਿਧਾਨ ਦੇ ਆਖਰੀ ਮਾਂ ਮਰੀਅਮ ਦੇ ਪ੍ਰਤੀ ਭਗਤੀ ਤੇ ਉਸ ਦੀ ਸਿਫਾਰਿਸ਼। ਕਈ ਪ੍ਰੋਟੈਸਟੈਂਟ ਭੈਣ ਭਰਾ ਕੈਥੋਲਿਕ ਕਲੀਸਿਆ 'ਤੇ ਇਹ ਦੋਸ਼ ਲਾਉਂਦੇ ਹਨ ਕਿ ਉਹ ਮਾਂ ਮਰੀਅਮ ਦੀ ਆਰਾਧਨਾ ਕਰਦੇ ਹਨ। ਇਹ ਸ਼ਿਕਾਇਤ ਅਗਿਆਨਤਾ ਦੇ ਕਾਰਨ ਹੈ। ਮਾਂ ਮਰੀਅਮ ਦੀ ਆਰਾਧਨਾ ਕਰਨਾ ਗਲਤ ਹੈ। ਆਰਾਧਨਾ ਸਾਨੂੰ ਸਿਰਫ ਖੁਦਾ ਦੀ ਹੀ ਕਰਨੀ ਚਾਹੀਦੀ ਹੈ, ਪਰ ਭਗਤੀ ਅਸੀਂ ਕਿਸੇ ਸੰਤ ਨੂੰ ਜਾਂ ਮਾਂ ਮਰੀਅਮ ਨੂੰ ਦੇ ਸਕਦੇ ਹਾਂ। ਕੈਥੋਲਿਕ ਕਲੀਸਿਆ ਮਾਂ ਮਰੀਅਮ ਦੇ ਪ੍ਰਤੀ ਖਾਸ ਸ਼ਰਧਾ ਰੱਖਦੀ ਹੈ। ਉਹ ਉਸਦੇ ਅੱਗੇ ਪ੍ਰਾਰਥਨਾ ਕਰਦੀ ਹੈ। ਸ਼ਿਕਾਇਤ ਇਹ ਵੀ ਉੱਠਦੀ ਹੈ ਕਿ ਕੈਥੋਲਿਕ ਲੋਕ ਮਾਂ ਮਰੀਅਮ ਦੇ ਅੱਗੇ ਪ੍ਰਾਰਥਨਾ ਕਰਦੇ ਹਨ, ਜਦੋਂ ਕਿ ਪ੍ਰਾਰਥਨਾ ਸਿਰਫ ਖੁਦਾ ਦੇ ਸਾਹਮਣੇ ਕਰਨੀ ਚਾਹੀਦੀ ਹੈ। ਮਾਂ ਮਰੀਅਮ ਨੂੰ ਖੁਦਾ ਸਮਝ ਕੇ ਪ੍ਰਾਰਥਨਾ ਕਰਨਾ ਗਲਤ ਹੈ। ਉਹ ਸਾਨੂੰ ਕਦੇ ਵੀ ਨਹੀਂ ਕਰਨਾ ਚਾਹੀਦਾ। ਪਰ ਮਾਂ ਮਰੀਅਮ ਸਾਡੇ ਲਈ ਆਪਣੇ ਬੇਟੇ ਅੱਗੇ ਮਿੰਨਤ। ਮਾਂ ਮਰੀਅਮ ਦੇ ਅੱਗੇ ਪ੍ਰਾਰਥਨਾ ਕਰਨ ਦਾ ਮਤਲਬ ਇਹ ਹੈ ਕਿ ਅਸੀਂ ਦੂਜੇ ਲੋਕਾਂ ਨੂੰ ਸਾਡੇ ਲਈ ਪ੍ਰਾਰਥਨਾ ਕਰਨ ਲਈ ਨਹੀਂ ਆਖਦੇ ਹਾਂ, ਕਿ ਅਸੀਂ ਪ੍ਰੋਹਿਤ ਨੂੰ ਨਹੀਂ ਕਹਿੰਦੇ ਕਿ ਉਹ ਸਾਡੇ ਲਈ ਪ੍ਰਾਰਥਨਾ ਕਰੇ। ਇਸੇ ਤਰ੍ਹਾਂ ਅਸੀਂ ਯਿਸੂ ਦੀ ਮਾਂ ਨੂੰ ਕਹਿੰਦੇ ਹਾਂ ਕਿ ਉਹ ਸਾਡੇ ਲਈ ਦੁਆ ਕਰਨ। ਮਾਂ ਮਰੀਅਮ ਦੀ ਬੇਨਤੀ ਸੁਣ ਕੇ ਕਾਨਾ ਦੇ ਵਿਆਹ ਦੇ ਮੌਕੇ 'ਤੇ ਯਿਸੂ ਨੇ ਆਪਣਾ ਪਹਿਲਾ ਚਮਤਕਾਰ ਕੀਤਾ ਸੀ। ਮਾਂ ਮਰੀਅਮ ਨੂੰ ਅਸੀਂ ਪਵਿੱਤਰ ਮਾਂ ਆਖਦੇ ਹਾਂ। ਇਸ ਦੀ ਬੁਨਿਆਦ ਪਵਿੱਤਰ ਬਾਈਬਲ ਹੀ ਹੈ। ਮਰੀਅਮ ਨੂੰ ਅਸੀਂ ਮਾਂ ਆਖਦੇ ਹਾਂ। ਉਹ ਕਲੀਸਿਆ, ਜੋ ਇੱਕ ਵੱਡਾ ਪਰਿਵਾਰ ਹੈ, ਦੀ ਮਾਂ ਹੈ। ਜੇਕਰ ਖੁਦਾ ਸਾਡਾ ਪਿਤਾ ਹੈ ਤੇ ਯਿਸੂ ਸਾਡਾ ਭਰਾ ਹੈ, ਤਾਂ ਫਿਰ ਕੀ ਅਸੀਂ ਯਿਸੂ ਦੀ ਮਾਂ ਨੂੰ ਮਾਂ ਨਹੀਂ ਆ ਸਕਦੇ ਹਾਂ? ਮਾਂ ਮਰੀਅਮ ਪ੍ਰਤੀ ਸ਼ਰਧਾ ਕਾਰਜ। ਪ੍ਰਾਚੀਨ ਕਾਲ ਤੋਂ ਪੂਰਬ ਅਤੇ ਪੱਛਮ ਦੋਹੀਂ ਪਾਸੇ ਮੁਕਤੀਦਾਤੇ ਦੀ ਮਾਂ ਪ੍ਰਤੀ ਸ਼ਰਧਾ ਲੋਕਾਂ ਦੇ ਮਨ ਵਿੱਚ ਸਮਾਈ ਹੋਈ ਹੈ। ਉਸ ਦੀਆਂ ਸ਼ਕਤੀਸ਼ਾਲੀ ਅਰਦਾਸਾਂ ਤੇ ਬੇਨਤੀ
ਤੇ ਭਰੋਸਾ ਕਰਕੇ ਵਿਸ਼ਵਾਸੀ ਹਮੇਸ਼ਾ ਆਪਣੀ ਲੋੜਾਂ ਅਤੇ ਮੁਸੀਬਤਾਂ ਵਿੱਚ ਉਸ ਦੀ ਸ਼ਰਨ ਵਿੱਚ ਜਾਂਦੇ ਹਨ। ਮਾਂ ਮਰੀਅਮ ਪ੍ਰਤੀ ਸ਼ਰਧਾ ਅਫਸਸ ਦੀ ਸਨ 421 ਵਿੱਚ ਹੋਈ ਕੌਂਸਲ ਤੋਂ ਬਾਅਦ ਵਿੱਚ ਵਧੇਰੇ ਵਧੀ। ਮਾਂ ਮਰੀਅਮ ਪ੍ਰਤੀ ਕਲੀਸਿਆ ਅਤੇ ਵਿਅਕਤੀਗਤ ਸ਼ਰਧਾ ਕਾਰਜ ਦਾ ਪ੍ਰਗਟਾਵਾ ਪਹਿਲਾਂ ਪੂਰਬ ਵਿੱਚ ਅਤੇ ਫਿਰ ਪੱਛਮ ਵਿੱਚ ਵਧਣਾ ਸ਼ੁਰੂ ਹੋਇਆ, ਖਾਸਕਰ ਮੱਧ ਯੁੱਗ ਵਿੱਚ ਵਧੇਰੇ ਕਰਕੇ। ਪਰ ਜਦੋਂ ਇਹ ਸ਼ਰਧਾ ਕਾਰਜ ਹੱਦ ਤੋਂ ਪਾਰ ਚਲੇ ਗਏ ਤਾਂ ਕਲੀਸਿਆ ਨੂੰ ਦਖਲ ਅੰਦਾਜ਼ੀ ਕਰਕੇ ਇਹਨਾਂ ਵਿੱਚ ਕੁਝ ਦੀ ਨਿਖੇਧੀ ਕਰਨੀ ਪਈ। ਦੂਜੀ ਵੈਟੀਕਨ ਕੌਂਸਲ ਇਸ ਤਰ੍ਹਾਂ ਫਰਮਾਉਂਦੀ ਹੈ, ਕਲੀਸਿਆ ਮਾਂ ਮਰੀਅਮ ਪ੍ਰਤੀ ਵੱਖ-ਵੱਖ ਸ਼ਰਧਾ ਭਾਵਨਾ ਨੂੰ ਮੰਨਦੀ ਹੈ, ਬਸ਼ਰਤੇ ਕਿ ਇਹ ਸਹੀ ਅਤੇ ਸੀਮਤ ਹੋਣ। ਕਿਉਂ ਅਸੀਂ ਮਾਤਾ ਮਰੀਅਮ ਅੱਗੇ ਦੁਆ ਕਰਦੇ ਹਾਂ? ਮਰੀਅਮ ਬਹੁਤ ਹੀ ਪਾਕ, ਪਵਿੱਤਰ ਤੇ ਪੂਜਨੀਕ ਇਨਸਾਨ ਹੈ। ਅਸੀਂ ਕਈ ਵਾਰ ਉਸ ਤੋਂ ਪ੍ਰਾਰਥਨਾਵਾਂ ਵਿੱਚ ਸਾਡੀ ਅਗਵਾਈ ਕਰਨ ਲਈ ਮਦਦ ਮੰਗਦੇ ਹਾਂ। ਮਰੀਅਮ ਸਾਡੇ ਲਈ ਇੱਕ ਚੰਗਾ ਮਾਰਗਦਰਸ਼ਕ ਹੈ, ਕਿਉਂਕਿ ਉਸਨੇ ਪ੍ਰਭੂ ਯਿਸੂ ਖੁਦਾ ਦੇ ਬੇਟੇ ਨੂੰ ਜਨਮ ਦਿੱਤਾ ਅਤੇ ਇਸ ਦੁਨੀਆ ਵਿੱਚ ਲਿਆਂਦਾ। ਕਿਸੇ ਵੀ ਇਨਸਾਨ ਦਾ ਯਿਸੂ ਨਾਲ ਇੰਨਾ ਨਜ਼ਦੀਕੀ ਰਿਸ਼ਤਾ ਨਹੀਂ ਹੈ ਜਿੰਨਾ ਕਿ ਮਾਤਾ ਮਰੀਅਮ ਦਾ। ਮਾਤਾ ਮਰੀਅਮ ਸਾਨੂੰ ਆਪਣੀ ਖੁਦ ਦੀ ਪ੍ਰਾਰਥਨਾ ਭਰਪੂਰ ਜ਼ਿੰਦਗੀ ਦੁਆਰਾ ਪ੍ਰਾਰਥਨਾ ਕਰਨ ਦਾ ਤੌਰ ਤਰੀਕਾ ਸਿਖਾਉਂਦੀ ਹੈ। ਮਰੀਅਮ ਦੀ ਸੁੰਦਰ ਦੁਆ ਮੈਂਗਨੀ ਫਿਕਾਤ, ਜਿਸ ਨੂੰ ਅਸੀਂ ਮਰੀਅਮ ਦਾ ਉਸਤਤ ਗੀਤ ਆਖਦੇ ਹਾਂ, ਜੋ ਕਿ ਆਰਾਧਨਾ, ਸ਼ੁਕਰਾਨਾ, ਆਨੰਦ, ਉਮੀਦ ਅਤੇ ਵਿਸ਼ਵਾਸ ਨਾਲ ਭਰਪੂਰ ਹੈ। ਇਹ ਦੁਆ ਸਾਨੂੰ ਯਾਦ ਦਿਲਾਉਂਦੀ ਹੈ ਕਿ ਸਾਡੀ ਦੁਆ ਸ਼ਬਦਾਂ ਨਾਲੋਂ ਅਧਿਕ ਹੋਣੀ ਚਾਹੀਦੀ ਹੈ ਤੇ ਸਾਡਾ ਦਿਲ ਵੀ ਪਿਆਰ ਨਾਲ ਖੁਦਾ ਵੱਲ ਮੁੜਨਾ ਚਾਹੀਦਾ ਹੈ। ਬਹੁਤ ਸਾਰੇ ਕੈਥੋਲਿਕ ਮਹਿਸੂਸ ਕਰਦੇ ਹਨ ਕਿ ਮਾਤਾ ਮਰੀਅਮ ਲਈ ਉਹਨਾਂ ਕੋਲ ਵਿਸ਼ੇਸ਼ ਪਿਆਰ ਹੈ ਅਤੇ ਉਹ ਮਾਤਾ ਮਰੀਅਮ ਦੇ ਨੇੜੇ ਹਨ। ਮਾਤਾ ਮਰੀਅਮ ਸਾਡੀਆਂ ਪ੍ਰਾਰਥਨਾਵਾਂ ਦਾ ਉੱਤਰ ਨਹੀਂ ਦੇ ਸਕਦੀ, ਕਿਉਂਕਿ ਇਹ ਕੰਮ ਸਿਰਫ ਖੁਦਾ ਕਰ ਸਕਦਾ ਹੈ, ਪਰ ਮਾਤਾ ਮਰੀਅਮ ਪਵਿੱਤਰਤਾ ਵਿੱਚ ਵਧਣ ਲਈ ਸਾਡੀ ਮਦਦ ਜ਼ਰੂਰ ਕਰ ਸਕਦੀ ਹੈ। ਕੈਥੋਲਿਕ ਪਰੰਪਰਾ ਵਿੱਚ ਬਹੁਤ ਸਾਰੀਆਂ ਪ੍ਰਾਰਥਨਾਵਾਂ ਮਾਤਾ ਮਰੀਅਮ ਨੂੰ ਅਰਪਿਤ ਹਨ, ਜਿਨ੍ਹਾਂ ਵਿੱਚ ਸਭ ਤੋਂ ਸਰਵੋਤਮ ਪ੍ਰਾਰਥਨਾ ਸਲਾਮ ਏ ਮਰੀਅਮ ਹੈ। ਇਹ ਉਹਨਾਂ ਦੁਆਵਾਂ ਵਿੱਚੋਂ ਇੱਕ ਹੈ ਜਿਹੜੀ ਅਸੀਂ ਰੋਜ਼ਰੀ ਪੜ੍ਹਨ ਵੇਲੇ ਬੋਲਦੇ ਹਾਂ। ਹੋਰ ਬਾਕੀ ਸੁੰਦਰ ਪ੍ਰਾਰਥਨਾਵਾਂ ਹਨ। ਦੁਆ ਯਾਦ ਕਰ, ਸਲਾਮ ਏ ਰਾਣੀ, ਰਾਣੀ ਅਸਮਾਨ ਦੀ ਖੁਸ਼ ਹੋ ਤੇ ਫਰਿਸ਼ਤੇ ਦਾ ਸੁਨੇਹਾ।